ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਿਆਰੀ ਸਾਧ ਸੰਗਤ ਜੀ। ਜੈ ਗੁਰਦੇਵ, ਧੰਨ ਗੁਰਦੇਵ। ਅੱਜ ਦੇ ਪਾਵਨ ਤੇ ਪਵਿੱਤਰ ਸ਼ਬਦ ਦੇ ਵਿੱਚ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮੁੱਚੀ ਮਾਨਵਤਾ ਨੂੰ ਪਾਵਨ ਤੇ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਭਾਈ ਸੱਚ ਦੇ ਮਾਰਗ ਤੇ ਚੱਲਣ ਵਾਲੇ ਅਤੇ ਪ੍ਰਮਾਤਮਾ ਦਾ ਨਾਮ ਜਪਣ ਵਾਲੇ, ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਨੂੰ ਛੱਡਣ ਵਾਲੇ ਐਸੇ ਇਨਸਾਨ ਸੰਸਾਰ ਤੌਰ ਤੇ ਸਾਧ ਸੰਗਤ ਜਿਸ ਪਰਮ ਪਿਤਾ ਪ੍ਰਮਾਤਮਾ ਦਾ ਨਾਮ ਜਪ ਕੇ ਸੱਚ ਦੇ ਮਾਰਗ ਤੇ ਚੱਲ ਕੇ ਸੰਸਾਰ ਤੋਂ ਭਵਸਾਗਰ ਤੋਂ ਤਰ ਜਾਂਦੇ ਨੇ। ਐਸੇ ਜੀਵ ਆਪ ਵੀ ਤਰਦੇ ਨੇ ਤੇ ਅਨੇਕਾਂ ਜੀਵਾਂ ਨੂੰ ਵੀ ਪਾਰ ਲਗਾਉਂਦੇ ਨੇ। ਤੇ ਪ੍ਰਮਾਤਮਾ ਦਾ ਨਾਮ ਜਪਣ ਵਾਲਾ ਭਾਵੇਂ ਸੰਸਾਰੀ ਤੌਰ ਤੇ ਉੱਚਾ ਹੋਵੇ, ਨੀਵਾਂ ਹੋਵੇ, ਇਹ ਜੋ ਸੰਸਾਰ ਨੇ ਜਾਤਾਂ ਪਾਤਾਂ ਬਣਾਈਆਂ ਨੇ, ਚਾਹੇ ਕੈਸਾ ਵੀ ਹੋਵੇ, ਸਤਿਗੁਰੂ ਰਵਿਦਾਸ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ ਕਿ ਭਾਈ ਉਸ ਪਰਮ ਪਿਤਾ ਪ੍ਰਮਾਤਮਾ ਦੇ ਦਰਬਾਰ ਦੇ ਵਿੱਚ ਉਹੀ ਉੱਚਾ ਹੈ ਜਿਸ ਨੇ ਆਪਣੇ ਜੀਵਨ ਨੂੰ ਸਵਾਰਿਆ ਆ। ਸਾਧ ਸੰਗਤ ਜੀ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਭਾਈ ਜੋ ਚੰਗੇ ਕਰਮ ਕਰਦਾ ਹੈ, ਜਿਸ ਦੇ ਕਰਮ ਚੰਗੇ ਨੇ, ਜੋ ਸੱਚ ਦੇ ਮਾਰਗ ਤੇ ਚੱਲ ਰਿਹਾ ਆ, ਮਾੜੇ ਕਰਮਾਂ ਤੋਂ ਬਚ ਕੇ ਰਹਿੰਦਾ ਹੈ, ਐਸਾ ਇਨਸਾਨ ਉਸ ਪਰਮ ਪਿਤਾ ਪ੍ਰਮਾਤਮਾ ਦੇ ਦਰਬਾਰ ਦੇ ਵਿੱਚ ਕਬੂਲਿਆ ਜਾਂਦਾ ਹੈ। ਦਰਦ ਦੇਖ ਸਭ ਕੋ ਹਸੈ, ਐਸੀ ਦਸ਼ਾ ਹਮਾਰੀ, ਅਸ਼ਟ ਦਸ਼ਾ ਸਿਧ ਕਰ ਤਲੈ, ਸਭ ਕਿਰਪਾ ਤੁਮਾਰੀ। ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਹੇ ਪਰਮ ਪਿਤਾ ਪ੍ਰਮਾਤਮਾ ਜੀ, ਮੈਂ ਜਿਸ ਸਮਾਜ ਦੇ ਵਿੱਚ ਪੈਦਾ ਹੋਇਆ ਹਾਂ, ਸਾਧ ਸੰਗਤ ਜੀ ਸਤਿਗੁਰੂ ਜੀ ਉਸ ਵੇਲੇ ਦੀ ਗੱਲ ਕਰਦੇ ਹਨ ਜਦੋਂ ਸਮਾਜ ਦੇ ਵਿੱਚ ਵਰਗ ਬਣੇ ਹੋਏ ਸਨ, ਜਾਤਾਂ ਪਾਤਾਂ ਦੇ ਨਾਂ ਤੇ, ਧਰਮ ਦੇ ਨਾਮ ਤੇ। ਉਸ ਸਮੇਂ ਇੱਕ ਬਹੁਤ ਵੱਡਾ ਵਰਗ ਜਿਸ ਨੂੰ ਸ਼ੂਦਰ ਵਰਗ ਕਿਹਾ ਜਾਂਦਾ ਸੀ। ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਮੈਂ ਉਸ ਸਮਾਜ ਦੇ ਵਿੱਚ ਪੈਦਾ ਹੋਇਆ ਹਾਂ ਜਿਸ ਨੂੰ ਮਾਨਵੀ ਅਧਿਕਾਰਾਂ ਤੋਂ ਵਾਂਝਿਆ ਰੱਖਿਆ ਗਿਆ ਹੈ। ਨਾ ਕੋਈ ਪੜ੍ਹਨ ਲਿਖਣ ਦਾ ਅਧਿਕਾਰ, ਨਾ ਕੋਈ ਸਮਾਜਿਕ ਬਰਾਬਰੀ ਦਾ ਅਧਿਕਾਰ, ਤੇ ਸਾਧ ਸੰਗਤ ਜੀ ਨਾ ਹੀ ਕੋਈ ਆਰਥਿਕ ਅਧਿਕਾਰ, ਰਾਜਨੀਤਿਕ ਅਧਿਕਾਰ। ਅਤੇ ਐਸੀ ਅਵਸਥਾ ਦੇਖ ਕੇ, ਗਰੀਬੀ, ਦਰਦਨਾਕ ਦਸ਼ਾ ਨੂੰ ਵੇਖ ਕੇ ਹਰ ਕੋਈ ਸਾਡੇ ਤੇ ਹੱਸਦਾ ਹੈ। ਪਰ ਪ੍ਰਮਾਤਮਾ ਜੀ ਸੱਚ ਦੇ ਮਾਰਗ ਤੇ ਚੱਲਣ ਕਰਕੇ, ਆਪ ਜੀ ਦਾ ਨਾਮ ਜਪਣ ਕਰਕੇ, ਸਤਿਗੁਰਾਂ ਦਾ ਗਿਆਨ ਪ੍ਰਾਪਤ ਕਰਨ ਕਰਕੇ ਹੁਣ 18 ਸਿੱਧੀਆਂ ਮੇਰੀ ਹੱਥ ਦੀ ਹਥੇਲੀ ਤੇ ਆ ਗਈਆਂ ਨੇ। ਇਹ ਸਭ ਆਪ ਦੀ ਕਿਰਪਾ ਹੈ। ਦਰਦ ਦੇਖ ਸਭ ਕੋ ਹਸੈ, ਐਸੀ ਦਸ਼ਾ ਹਮਾਰੀ। ਕਿ ਭਾਈ ਮੈਂ ਉਸ ਸਮਾਜ ਦੇ ਵਿੱਚ ਪੈਦਾ ਹੋਇਆ ਸੀ ਜਿਸ ਨੂੰ ਹਰ ਪ੍ਰਕਾਰ ਦੇ ਅਧਿਕਾਰਾਂ ਤੋਂ ਵਾਂਝਿਆ ਰੱਖਿਆ ਗਿਆ ਸੀ। ਕੋਈ ਅਧਿਕਾਰ ਨਹੀਂ ਸੀ, ਸਗੋਂ ਸ਼ੂਦਰ ਕਹਿ ਕੇ ਦੁਰਕਾਰਿਆ ਜਾਂਦਾ ਸੀ, ਅਪਮਾਨ ਕੀਤਾ ਜਾਂਦਾ ਸੀ, ਲੋਕ ਹੱਸਦੇ ਸਨ। ਪਰ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ ਐਸੇ ਸਮਾਜ ਦੇ ਵਿੱਚ ਵੀ ਪੈਦਾ ਹੋ ਕੇ ਮੈਂ ਸੱਚ ਦੇ ਮਾਰਗ ਤੇ ਚੱਲ ਕੇ, ਗੁਰੂ ਦਾ ਗਿਆਨ ਪ੍ਰਾਪਤ ਕਰਕੇ, ਉਸ ਪਰਮ ਪਿਤਾ ਪ੍ਰਮਾਤਮਾ ਦੀ ਆਪਣੇ ਅੰਦਰੋਂ ਖੋਜ ਕਰਕੇ, ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਨੂੰ ਛੱਡ ਕੇ ਮੈਂ ਆਪਣੇ ਅੰਦਰੋਂ ਸੱਚ ਦੀ ਕਮਾਈ ਕੀਤੀ। ਤੇ ਅੱਜ 18 ਸਿੱਧੀਆਂ ਮੇਰੀ ਹੱਥ ਦੀ ਤਲੀ ਤੇ ਨੇ। ਇਹ ਸੱਚ ਹੈ ਸਾਧ ਸੰਗਤ ਜੀ ਕਿ ਜਿਨ੍ਹਾਂ ਰਿੱਧੀਆਂ ਸਿੱਧੀਆਂ ਦੇ ਪਿੱਛੇ ਲੋਕ ਜੰਗਲਾਂ ਪਹਾੜਾਂ ਦੇ ਵਿੱਚ ਜਾ ਕੇ ਤਪ ਕਰਦੇ ਨੇ ਕਿ ਭਾਈ ਜੋ ਸੱਚ ਦੇ ਮਾਰਗ ਤੇ ਚੱਲਦਾ ਹੈ, ਗੁਰੂ ਦੇ ਦਿਖਾਏ ਮਾਰਗ ਤੇ ਚੱਲਦਾ ਹੈ, ਜੋ ਆਪਣੇ ਅੰਦਰੋਂ ਸੱਚ ਦੀ ਖੋਜ ਕਰਦਾ ਹੈ, ਇਹ ਰਿੱਧੀਆਂ ਸਿੱਧੀਆਂ ਉਸ ਦੀ ਹੱਥ ਦੀ ਹਥੇਲੀ ਤੇ ਰਹਿੰਦੀਆਂ ਨੇ ਉਸ ਪ੍ਰਮਾਤਮਾ ਦੇ ਸਿਮਰਨ ਕਰਕੇ। ਤੂੰ ਜਾਣਤ ਮੈਂ ਕਿਛ ਨਹੀਂ, ਪਵ ਖੰਡਨ ਰਾਮ, ਸਗਲ ਜੀ ਸ਼ਰਨਾਗਤੀ, ਪ੍ਰਭ ਪੂਰਨ ਕਾਮ ਰਹਾਉ।
ਸਤਿਗੁਰੂ ਰਵਿਦਾਸ ਮਹਾਰਾਜ ਜੀ ਅੱਗੇ ਸਮਝਾਣਾ ਕਰਦੇ ਨੇ ਕਿ ਹੇ ਜਨਮ ਮਰਨ ਦੇ ਚੱਕਰ ਕੱਟਣ ਵਾਲੇ ਪ੍ਰਮਾਤਮਾ ਜੀ, ਤੁਸੀਂ ਘੱਟ ਦੀ ਜਾਣਦੇ ਹੋ, ਪਰ ਮੈਂ ਕੁਝ ਵੀ ਨਹੀਂ ਜੇ ਜਾਣਦਾ। ਜੋ ਜੀਵ ਆਪ ਜੀ ਦੀ ਸ਼ਰਨ ਲੈ ਲੈਂਦੇ ਨੇ, ਉਹਨਾਂ ਦੀਆਂ ਸਭੇ ਮਨੋਕਾਮਨਾ ਪੂਰਨ ਹੋ ਜਾਂਦੀਆਂ ਨੇ। ਤੂੰ ਜਾਣਤ ਮੈਂ ਕਿਛ ਨਹੀਂ, ਪਵ ਖੰਡਨ ਰਾਮ, ਸਗਲ ਜੀ ਸ਼ਰਨਾਗਤੀ ਪ੍ਰਭ ਪੂਰਨ ਕਾਮ। ਕਿ ਭਾਈ ਜੋ ਆਪਣੇ ਅੰਦਰ ਬੈਠੇ ਇੱਕ ਪਰਮਪਿਤਾ ਪ੍ਰਮਾਤਮਾ ਦੇ ਨਾਲ ਸਾਧ ਸੰਗਤ ਜੀ ਜੁੜ ਜਾਂਦਾ ਹੈ, ਜਿਸ ਦੀ ਥਾਂ ਤੇ ਭਟਕਣ ਦੀ ਜੋ ਭਾਵਨਾ ਹੈ, ਸਾਧ ਸੰਗਤ ਜੀ ਦੇਖਿਆ ਹੈ ਨਾ, ਆਪਣੀ ਇੱਛਾਵਾਂ ਦੀ ਪੂਰਤੀ ਲਈ ਇਹ ਜੋ ਇਨਸਾਨ ਹੈ, ਸੋਮਵਾਰ ਨੂੰ ਕਿਸੇ ਹੋਰ ਦਰ ਤੇ ਹੁੰਦਾ ਹੈ, ਮੰਗਲਵਾਰ ਨੂੰ ਕਿਸੇ ਹੋਰ ਦਰ ਤੇ ਹੁੰਦਾ ਹੈ, ਤੇ ਅਗਲੇ ਵਾਰ ਨੂੰ ਕਿਸੇ ਹੋਰ ਦਰ ਤੇ ਹੁੰਦਾ ਹੈ, ਆਪਣੀ ਇੱਛਾਵਾਂ ਦੀ ਪੂਰਤੀ ਲਈ। ਤੇ ਇਨਸਾਨ ਦੀ ਫਿਤਰਤ ਹੈ ਸਾਧ ਸੰਗਤ ਜੀ, ਜਦੋਂ ਇਸ ਨੂੰ ਇੱਕ ਦਰ ਤੋਂ ਕੁਛ ਨਾ ਮਿਲੇ, ਦੂਸਰੇ ਦਰ ਤੇ ਚਲਾ ਜਾਂਦਾ ਹੈ। ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਹਰ ਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ, ਤੇ ਨਰ ਦੋ ਜਗ ਜਾਏਂਗੇ ਸਤ ਭਾਗ ਖੈਰ ਰਵਿਦਾਸ। ਕਿ ਭਾਈ ਆਪਣੇ ਅੰਦਰ ਬੈਠੇ ਪ੍ਰਮਾਤਮਾ ਨੂੰ ਛੱਡ ਕੇ, ਉਹ ਹੀਰੇ ਵਰਗਾ ਪ੍ਰਮਾਤਮਾ, ਉਹ ਸਾਰੀ ਦੁਨੀਆ ਦਾ ਮਾਲਕ ਜੋ ਸਾਡੇ ਸਰੀਰ ਦੇ ਵਿੱਚ ਬੈਠਾ ਆ, ਉਸ ਨੂੰ ਛੱਡ ਕੇ ਜਦੋਂ ਅਸੀਂ ਦਰ ਤੇ ਭਟਕਦੇ ਹਾਂ ਸਾਧ ਸੰਗਤ ਜੀ, ਸਤਿਗੁਰੂ ਜੀ ਫਰਮਾਉਂਦੇ ਨੇ, ਤੇ ਨਰ ਦੋ ਜਗ ਜਾਏਂਗੇ ਸਤ ਭਾਗ ਖੈਰ ਰਵਿਦਾਸ। ਕਿ ਭਾਈ ਐਸੇ ਲੋਕ ਨਰਕਾਂ ਦੇ ਭਾਗੀ ਬਣਦੇ ਨੇ। ਸਭ ਕੁਛ ਕਰ ਮੈਂ ਬਾਹਰ ਨਾਹੀ, ਬਾਹਰ ਢੋਲੇ ਸੋ ਪਰਮ ਭੁਲਾਈ। ਕਿ ਭਾਈ ਜੋ ਕੁਛ ਵੀ ਹੈ ਉਹ ਸਾਡੇ ਘਰ ਦੇ ਵਿੱਚ ਹੀ ਹੈ, ਬਾਹਰ ਕੁਝ ਵੀ ਨਹੀਂ ਜੀ ਮਿਲਣਾ ਸਾਨੂੰ। ਜੈ ਕਾਰਨ ਤੜ ਤੀਰਥ ਜਾਈ, ਰਤਨ ਪਦਾਰਥ ਘਟ ਹੀ ਮਾਈ। ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਤੂੰ ਜਾਣਤ ਮੈਂ ਕਿਛ ਨਹੀਂ, ਪਵ ਖੰਡਨ ਰਾਮ, ਸਗਲ ਜੀ ਸ਼ਰਨਾਗਤੀ ਪ੍ਰਭ ਪੂਰਨ ਕਾਮ ਰਾਹ। ਕਿ ਮੈਂ ਸੰਸਾਰੀ ਤੌਰ ਤੇ ਕੁਝ ਵੀ ਨਹੀਂ ਸੀ, ਕਿਸੇ ਤਰ੍ਹਾਂ ਦਾ ਮੈਨੂੰ ਅਧਿਕਾਰ ਨਹੀਂ ਸੀ, ਫਿਰ ਵੀ ਸੱਚ ਦੇ ਮਾਰਗ ਤੇ ਚੱਲਣ ਕਰਕੇ, ਆਪਣੇ ਅੰਦਰੋਂ ਸੱਚ ਦੀ ਖੋਜ ਕਰਨ ਕਰਕੇ ਮੇਰੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਹੋ ਗਈਆਂ ਨੇ। ਸਗਲ ਜੀ ਸ਼ਰਨਾਗਤੀ ਪ੍ਰਭ ਪੂਰਨ ਕਾਮ। ਕਿ ਭਾਈ ਜੋ ਆਪਣੇ ਅੰਦਰ ਬੈਠੇ ਪ੍ਰਮਾਤਮਾ ਦੇ ਨਾਲ ਜੁੜ ਜਾਂਦਾ ਹੈ ਸਾਧ ਸੰਗਤ ਜੀ, ਉਸ ਦੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਹੋ ਜਾਂਦੀਆਂ ਨੇ ਸੱਚ ਦੀਆਂ। ਜੋ ਤੇਰੀ ਸ਼ਰਨਾਗਤਾ ਤਿਨ ਨਾਹੀ ਪਾਰ, ਊਚ ਨੀਚ ਤੁਮ ਤੇ ਤਰੇ ਆਲਜ ਸੰਸਾਰ। ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ, ਫਰਮਾਉਂਦੇ ਨੇ ਕਿ ਹੇ ਪ੍ਰਭੂ ਜੀ, ਜੋ ਜੀਵ ਆਪ ਜੀ ਦੀ ਸ਼ਰਨ ਗ੍ਰਹਿਣ ਕਰ ਲੈਂਦਾ ਆ, ਉਸ ਨੂੰ ਕੋਈ ਵੀ ਦੁੱਖ ਤੇ ਕਰਮਾਂ ਦਾ ਭਾਰ ਨਹੀਂ ਜੇ ਪੈਂਦਾ। ਸਤਿਗੁਰੂ ਰਵਿਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਸਾਧ ਸੰਗਤ ਜੀ, ਇਹ ਜਗ ਦੁੱਖ ਕੀ ਖੇਤਰੀ, ਇਹ ਜਾਣਤ ਸਭ ਕੋਏ, ਗਿਆਨੀ ਕਾਟੈ ਹਰ ਨਾਮ ਸੋ ਮੂਰਖ ਕਾਟੈ ਰੋਏ। ਕਿ ਭਾਈ ਇਹ ਜੋ ਸੰਸਾਰ ਹੈ ਨਾ, ਦੁੱਖਾਂ ਦਾ ਘਰ ਹੈ। ਸਾਧ ਸੰਗਤ ਜੀ, ਇੱਥੇ ਕੋਈ ਵੀ ਐਸਾ ਇਨਸਾਨ ਨਹੀਂ ਹੈ ਜਿਸ ਦੇ ਜ਼ਿੰਦਗੀ ਦੇ ਵਿੱਚ ਦੁੱਖ ਨਾ ਹੋਵੇ। ਹਰ ਇਨਸਾਨ ਇੱਥੇ ਦੁਖੀ ਹੈ। ਹਾਂ, ਸਤਿਗੁਰੂ ਜੀ ਫਰਮਾਉਂਦੇ, ਭਾਈ ਦੁੱਖ ਅਲੱਗ-ਅਲੱਗ ਪ੍ਰਕਾਰ ਦਾ ਆ। ਕਿਸੇ ਨੂੰ ਧੀਆਂ ਪੁੱਤਰਾਂ ਦਾ ਦੁੱਖ ਹੈ, ਕਿਸੇ ਕੋਲ ਧੀ ਪੁੱਤ ਨਹੀਂ ਹੈ, ਉਸ ਨੂੰ ਇਹ ਦੁੱਖ ਹੈ ਕਿ ਮੇਰੇ ਧੀ ਪੁੱਤ ਨਹੀਂ ਹੈ। ਕਿਸੇ ਦੇ ਧੀ ਪੁੱਤ ਹੈ, ਉਹ ਆਪਸ ਦੇ ਵਿੱਚ ਲੜਦੇ ਨੇ ਪੈਸੇ ਕਰਕੇ। ਸਾਧ ਸੰਗਤ ਜੀ ਦੇਖਿਆ ਨਾ ਅਸੀਂ ਸੰਸਾਰ ਦੇ ਵਿੱਚ, ਮਾਇਆ ਦੇ ਜਾਲ ਦੇ ਵਿੱਚ ਫਸ ਕੇ ਭਰਾ ਨੂੰ ਮਾਰ ਰਿਹਾ ਆ, ਇੱਕ ਭਰਾ ਦੂਸਰੇ ਭਰਾ ਤੇ ਗੋਲੀ ਚਲਾ ਰਿਹਾ ਹੈ, ਹਥਿਆਰ ਉਠਾ ਕੇ ਇੱਕ ਦੂਜੇ ਨੂੰ ਮਾਰ ਰਹੇ ਨੇ। ਇੱਥੋਂ ਤੱਕ ਕਿ ਤੁਸੀਂ ਸੰਸਾਰ ਦੇ ਵਿੱਚ ਵਿਚਰਦੇ ਆ, ਜਦੋਂ ਅਸੀਂ ਖਬਰਾਂ ਵਗੈਰਾ ਦੇਖਦੇ ਹਾਂ ਸਾਧ ਸੰਗਤ ਜੀ, ਦੇਖਿਆ ਹੈ ਨਾ ਕਿ ਸਗਾ ਪੁੱਤ ਆਪਣੇ ਪਿਓ ਨੂੰ ਮਾਰ ਦਿੰਦਾ ਹੈ, ਆਪਣੇ ਪਿਤਾ ਜੀ ਨੂੰ ਮਾਰ ਰਿਹਾ ਹੈ ਮਾਇਆ ਕਰਕੇ। ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਸਮਝਾਣਾ ਕਰਦੇ ਨੇ ਕਿ ਭਾਈ ਇਹ ਜੋ ਤ੍ਰਿਸ਼ਨਾਵਾਂ ਨੇ, ਸਾਡੀਆਂ ਕਾਮਨਾਵਾਂ ਨੇ, ਇਨਸਾਨ ਦੀਆਂ ਕਾਮਨਾਵਾਂ ਕਦੇ ਪੂਰੀਆਂ ਨਹੀਂ ਜੀ ਹੁੰਦੀਆਂ, ਤੇ ਮਾਇਆ ਦੇ ਜਾਲ ਦੇ ਵਿੱਚ ਫਸ ਕੇ ਇਸ ਦੀਆਂ ਤ੍ਰਿਸ਼ਨਾਵਾਂ ਕਾਮਨਾਵਾਂ ਵੱਧਦੀਆਂ ਰਹਿੰਦੀਆਂ ਨੇ। ਜੋ ਤੇਰੀ ਸ਼ਰਨਾਗਤਾ ਤਿਨ ਨਾਹੀ ਪਾਰ, ਊਚ ਨੀਚ ਤੁਮ ਤੇ ਤਰਿਆਲੇ ਸੰਸਾਰ। ਤੇ ਭਾਈ ਕਿਸੇ ਨੂੰ ਪੈਸੇ ਦਾ ਦੁੱਖ ਹੈ, ਮੇਰੇ ਕੋਲ ਪੈਸਾ ਨਹੀਂ ਹੈ, ਉਸਨੂੰ ਉਹ ਤਾਂ ਦੁਖੀ ਹੈ। ਕਿਸੇ ਕੋਲ ਜ਼ਿਆਦਾ ਪੈਸਾ ਹੈ, ਉਹ ਤਾਂ ਦੁਖੀ ਹੈ। ਤੇ ਸਾਧ ਸੰਗਤ ਜੀ, ਕਿਸੇ ਨੂੰ ਸਰੀਰਕ ਰੋਗ ਲੱਗਿਆ ਹੋਇਆ, ਉਹ ਤਾਂ ਦੁਖੀ ਹੈ।
ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਇਹ ਜਗ ਦੁਖ ਕੀ ਖੇਤਰੀ, ਇਹ ਜਾਣਤ ਸਭ ਕੋਏ, ਗਿਆਨੀ ਘਾਟੈ ਹਰਿ ਨਾਮ, ਸੋ ਮੂਰਖ ਘਾਟੈ ਰੋਏ। ਕਿ ਭਾਈ ਇਹ ਸੰਸਾਰ ਦੁੱਖਾਂ ਦਾ ਘਰ ਹੈ। ਅਗਿਆਨੀ ਲੋਕ ਬਿਨਾਂ ਗੁਰੂ ਵਾਲੇ, ਉਹ ਇਸ ਦੁੱਖਾਂ ਨੂੰ ਸਾਧ ਸੰਗਤ ਜੀ ਰੋ ਰੋ ਕੇ ਕੱਟਦੇ ਨੇ। ਪਰ ਜਿਸ ਦੇ ਕੋਲ ਗੁਰੂ ਦਾ ਗਿਆਨ ਹੈ ਸਾਧ ਸੰਗਤ ਜੀ, ਜੋ ਸੱਚ ਦੇ ਮਾਰਗ ਤੇ ਚੱਲਦਾ ਹੈ, ਉਹ ਪ੍ਰਮਾਤਮਾ ਦਾ ਸਿਮਰਨ ਕਰਦਾ ਹੋਇਆ ਦੁੱਖਾਂ ਦਾ ਸਾਹਮਣਾ ਕਰਦਾ ਹੈ। ਦੁੱਖ ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਆਉਂਦੇ ਨੇ, ਪਰ ਸਾਧ ਸੰਗਤ ਜੀ ਜਿਸ ਦੇ ਕੋਲ ਪੂਰਾ ਗੁਰੂ ਹੈ, ਜੋ ਗੁਰੂ ਦੇ ਦਿਖਾਏ ਮਾਰਗ ਤੇ ਚੱਲਦਾ ਹੈ, ਉਹ ਹਰ ਪ੍ਰਕਾਰ ਦੇ ਦੁੱਖਾਂ ਦਾ ਸਾਹਮਣਾ ਕਰਦਾ ਹੈ। ਕਿਉਂਕਿ ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਜੀ ਅੱਜ ਹਨੇਰਾ ਆ ਤਾਂ ਕੱਲ ਚਾਨਣ ਵੀ ਹੋਵੇਗਾ, ਪਰ ਅਸੀਂ ਹਨੇਰੇ ਤੋਂ ਡਰਨਾ ਨਹੀਂ ਹੈ। ਇਹ ਨਹੀਂ ਹੈ ਜਦੋਂ ਸੂਰਜ ਛਿਪ ਗਿਆ ਸਾਨੂੰ ਐਂ ਲੱਗੇ ਵੀ ਸਾਡੀ ਜ਼ਿੰਦਗੀ ਦਾ ਹੀ ਅੰਤ ਹੋ ਗਿਆ। ਅੱਜ ਦੁੱਖਾਂ ਦੀ ਬੱਦਲਵਾਈ, ਦੁੱਖਾਂ ਦਾ ਹਨੇਰਾ ਹੋਇਆ ਹੈ ਸਾਧ ਸੰਗਤ ਜੀ, ਕੱਲ ਸੁੱਖਾਂ ਦਾ ਚਾਨਣ ਵੀ ਹੋਏਗਾ। ਸੁੱਖ ਤੇ ਦੁੱਖ ਜ਼ਿੰਦਗੀ ਦੇ ਦੋ ਪਹਿਲੂ ਨੇ। ਸਤਿਗੁਰੂ ਜੀ ਫਰਮਾਉਂਦੇ, ਭਾਈ ਸੁੱਖ ਦੇ ਵਿੱਚ ਅਸੀਂ ਹੰਕਾਰ ਨਹੀਂ ਜੇ ਕਰਨਾ। ਜਦੋਂ ਸੁੱਖ ਆ ਜਾਣ ਅਸੀਂ ਪ੍ਰਮਾਤਮਾ ਨੂੰ ਭੁਲਾਣਾ ਨਹੀਂ ਹੈ, ਹੰਕਾਰ ਨਹੀਂ ਜੇ ਕਰਨਾ। ਤੇ ਦੁੱਖਾਂ ਦੇ ਵਿੱਚ ਅਸੀਂ ਘਬਰਾਣਾ ਨਹੀਂ, ਉਸ ਪ੍ਰਮਾਤਮਾ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਨੀਆਂ ਨੇ ਤੇ ਹੌਸਲਾ ਬਣਾ ਕੇ ਰੱਖਣਾ ਹੈ। ਜੋ ਮਾਰਗ ਸਾਨੂੰ ਸਤਿਗੁਰੂ ਜੀ ਦਿਖਾ ਰਹੇ ਨੇ, ਉਸ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕਰਨੀ ਹੈ। ਜੋ ਤੇਰੀ ਸ਼ਰਨਾਗਤਾ ਤਿਨ ਨਾਹੀ ਭਾਰ, ਊਚ ਨੀਚ ਤੁਮ ਤੇ ਤਰਿਆਲੇ ਸੰਸਾਰ ਕੇ। ਹੈ ਪ੍ਰਭੂ ਜੀ, ਜੋ ਜੀਵ ਆਪ ਜੀ ਦੀ ਸ਼ਰਨ ਗ੍ਰਹਿਣ ਕਰ ਲੈਂਦਾ ਆ, ਉਸ ਨੂੰ ਕੋਈ ਵੀ ਦੁੱਖ ਤੇ ਕਰਮਾਂ ਦਾ ਭਾਰ ਨਹੀਂ ਜੀ ਪੈਂਦਾ। ਆਪ ਜੀ ਦੀ ਸ਼ਰਨ ਪ੍ਰਾਪਤ ਕਰਨ ਲਈ ਉੱਚੇ ਨੀਵੇਂ, ਅਮੀਰ ਗਰੀਬ ਸਭ ਜੀਵ ਨਾ ਤਰੇ ਜਾਣ ਵਾਲੇ ਸੰਸਾਰ ਨੂੰ ਵੀ ਤਰ ਜਾਂਦੇ ਨੇ। ਤੇ ਭਾਈ ਜੋ ਗੁਰੂ ਦਾ ਗਿਆਨ ਪ੍ਰਾਪਤ ਕਰ ਲੈਂਦਾ ਸਾਧ ਸੰਗਤ ਜੀ, ਭਾਵੇਂ ਅਮੀਰ ਹੋਵੇ ਭਾਵੇਂ ਗਰੀਬ ਹੋਵੇ, ਭਾਵੇਂ ਉਹ ਸੰਸਾਰਿਕ ਕਿਸੇ ਵੀ ਜਾਤ ਦਾ ਹੋਵੇ, ਜੋ ਸੰਸਾਰ ਨੇ ਜਾਤਾਂ ਬਣਾਈਆਂ ਨੇ। ਕਿਉਂਕਿ ਪ੍ਰਮਾਤਮਾ ਦੇ ਦਰਬਾਰ ਦੇ ਵਿੱਚ ਤਾਂ ਜਾਤ ਪਾਤ ਚੱਲਦੀ ਨਹੀਂ ਸਾਧ ਸੰਗਤ ਜੀ, ਉੱਤੇ ਤਾਂ ਕਰਮਾਂ ਦਾ ਹਿਸਾਬ ਹੁੰਦਾ ਹੈ। ਤੇ ਸਤਿਗੁਰੂ ਜੀ ਫਰਮਾਉਂਦੇ, ਭਾਈ ਜੋ ਗੁਰੂ ਦੇ ਦਿਖਾਏ ਮਾਰਗ ਤੇ ਚੱਲਦਾ ਹੈ, ਸੱਚ ਦੇ ਮਾਰਗ ਤੇ, ਉਹ ਇਸ ਨਾ ਤਰੇ ਜਾਣ ਵਾਲੇ ਸੰਸਾਰ ਨੂੰ ਵੀ ਤਰ ਜਾਂਦਾ ਹੈ। ਕਹਿ ਰਵਿਦਾਸ ਅਕਤ ਕਥਾ ਬਹੁ ਕਏ ਕਰੀਜੈ, ਜੈਸਾ ਤੂ ਤੈਸਾ ਤੁਹੀ ਕਿਆ ਉਪਮਾ ਦੀਜੈ। ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਹੇ ਪ੍ਰਮਾਤਮਾ ਜੀ, ਆਪ ਜੀ ਦੀ ਕਥਾ ਅਕਥ ਹੈ, ਇਸ ਲਈ ਬਹੁਤੀਆਂ ਕਥਾਵਾਂ ਕਿਸ ਵਾਸਤੇ ਕਰਨੀਆਂ ਨੇ। ਉਹ ਪਰਮ ਪਿਤਾ ਪ੍ਰਮਾਤਮਾ ਦੀ ਵਡਿਆਈ ਇੰਨੀ ਹੈ ਸਾਧ ਸੰਗਤ ਜੀ, ਸਤਿਗੁਰੂ ਜੀ ਫਰਮਾਉਂਦੇ, ਭਾਈ ਐਸੀ ਕਥਾ ਕਥੀ ਨਹੀਂ ਜੇ ਜਾ ਸਕਦੀ। ਇਹ ਸੰਸਾਰੀ ਜੀਵ ਆਪ ਜੀ ਨੂੰ ਕਿਹੜੀ ਉਪਮਾ ਦੇ ਸਕਦਾ ਹੈ। ਜੋ ਤੁਸੀਂ ਹੋ ਕੇਵਲ ਤੁਸੀਂ ਹੀ ਹੋ। ਤੇ ਸੱਚ ਸਾਧ ਸੰਗਤ ਜੀ, ਅੱਜ ਤੱਕ ਜਿੰਨੇ ਵੀ ਮਹਾਨ ਪੁਰਸ਼ਾਂ ਨੇ, ਬ੍ਰਹਮ ਗਿਆਨੀਆਂ ਨੇ ਪਰਮ ਪਿਤਾ ਪ੍ਰਮਾਤਮਾ ਦੀ ਪ੍ਰਾਪਤੀ ਕੀਤੀ, ਉਸ ਦਾ ਗਿਆਨ ਪ੍ਰਾਪਤ ਕੀਤਾ ਆ। ਉਹਨਾਂ ਨੇ ਇਹੀ ਕਿਹਾ ਕਿ ਉਸ ਪਰਮ ਪਿਤਾ ਪ੍ਰਮਾਤਮਾ ਦੀ ਜੋ ਕਥਾ ਹੈ ਨਾ ਸਾਧ ਸੰਗਤ, ਜੋ ਨਿਰਾਲੀ ਹੈ, ਉਹ ਕਥੀ ਨਹੀਂ ਜੇ ਜਾ ਸਕਦੀ। ਕਹਿ ਰਵਿਦਾਸ ਅਕਥ ਕਥਾ, ਕਿ ਪ੍ਰਮਾਤਮਾ ਦੀ ਜੋ ਕਥਾ ਹੈ ਉਹ ਕਥੀ ਨਹੀਂ ਜੇ ਜਾ ਸਕਦੀ। ਉਸ ਨੂੰ ਕਿਹੜੀ ਉਪਮਾ ਦੇਈਏ, ਉਸ ਵਰਗਾ ਕੋਈ ਹੈ ਹੀ ਨਹੀਂ ਜੀ। ਸਤਿਗੁਰ ਕਬੀਰ ਸਾਹਿਬ ਮਹਾਰਾਜ ਜੀ ਫਰਮਾਉਂਦੇ ਨੇ, ਸਹਿਜ ਕੀ ਅਕਥ ਕਥਾ ਹੈ ਨਿਰਾਲੀ, ਕਿ ਪ੍ਰਮਾਤਮਾ ਦੀ ਸਹਿਜ ਅਵਸਥਾ ਦੀ ਕਥਾ ਅਕਥ ਤੇ ਨਿਰਾਲੀ ਹੈ। ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਧ ਸੰਗਤ ਜੀ ਦੇ ਪਾਵਨ ਤੇ ਪਵਿੱਤਰ ਸ਼ਬਦ ਦੇ ਵਿੱਚ ਸਾਨੂੰ ਉਸ ਸਮੇਂ ਜਦੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਪੈਦਾ ਹੋਏ ਸਨ, ਜਦੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਇਸ ਸੰਸਾਰ ਦੇ ਵਿੱਚ ਆਏ, ਉਸ ਸਮੇਂ ਦੀ ਸਾਨੂੰ ਸਮਾਜਿਕ ਅਵਸਥਾ ਦਿਖਾ ਰਹੇ ਨੇ ਕਿ ਭਾਈ ਉਸ ਸਮੇਂ ਜਾਤ ਪਾਤ ਦਾ ਬੋਲਬਾਲਾ ਸੀ। ਸ਼ੂਦਰ ਵਰਗ ਨੂੰ ਹਰ ਪ੍ਰਕਾਰ ਦੇ ਅਧਿਕਾਰ ਤੋਂ ਵਾਂਝਿਆ ਰੱਖਿਆ ਗਿਆ। ਨਾ ਪੜ੍ਹਨ ਲਿਖਣ ਦਾ ਅਧਿਕਾਰ, ਨਾ ਬਰਾਬਰ ਬੈਠਣ ਦਾ ਅਧਿਕਾਰ, ਨਾ ਕੋਈ ਰਾਜਨੀਤਿਕ ਸਮਾਜਿਕ ਅਧਿਕਾਰ। ਐਸੀ ਅਵਸਥਾ ਸੀ ਕਿ ਲੋਕ ਦੇਖ ਕੇ ਹੱਸਦੇ ਸਨ। ਪਰ ਸਤਿਗੁਰੂ ਜੀ ਫਰਮਾਉਂਦੇ, ਭਾਈ ਮੈਂ ਗੁਰੂ ਦਾ ਗਿਆਨ ਪ੍ਰਾਪਤ ਕੀਤਾ, ਮੈਂ ਆਪਣੇ ਅੰਦਰੋਂ ਸੱਚ ਦੀ ਖੋਜ ਕੀਤੀ, ਆਪਣੇ ਅੰਦਰੋਂ ਸੱਚ ਦੀ ਕਮਾਈ ਕੀਤੀ। ਤੇ ਜਦੋਂ ਮੈਨੂੰ ਗਿਆਨ ਦੀ ਪ੍ਰਾਪਤੀ ਹੋਈ, ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ
ਜਿਨ੍ਹਾਂ ਰਿੱਧੀਆਂ ਸਿੱਧੀਆਂ ਪਿੱਛੇ ਲੋਕ ਧਾਰਮਿਕ ਸਥਾਨਾਂ ਦੇ ਵਿੱਚ, ਜੰਗਲਾਂ ਪਹਾੜਾਂ ਦੇ ਵਿੱਚ ਭੱਜੇ ਫਿਰਦੇ ਨੇ, ਉਹ ਮੇਰੀ ਹੱਥ ਦੀ ਹਥੇਲੀ ਤੇ ਆ ਗਈਆਂ 18 ਸਿੱਧੀਆਂ। ਤੇ ਸਤਿਗੁਰੂ ਜੀ ਸਾਨੂੰ ਅੱਜ ਇਹੀ ਸਮਝਾ ਰਹੇ ਨੇ ਕਿ ਭਾਈ ਅਸੀਂ ਭਾਵੇਂ ਅਮੀਰ ਦੇ ਘਰ ਦੇ ਵਿੱਚ ਪੈਦਾ ਹੋਈਆਂ, ਭਾਵੇਂ ਗਰੀਬ ਦੇ ਘਰ ਦੇ ਵਿੱਚ ਪੈਦਾ ਹੋਈਆਂ, ਅਸੀਂ ਭਾਵੇਂ ਕਿਸੇ ਵੀ ਸੰਸਾਰਿਕ ਜਾਤ, ਜੋ ਸੰਸਾਰ ਨੇ ਜਾਤਾਂ ਬਣਾਈਆਂ ਨੇ, ਕਿਸੇ ਵੀ ਜਾਤ ਦੇ ਵਿੱਚ ਪੈਦਾ ਹੋਏ ਹਾਂ, ਇਸ ਸੰਸਾਰ ਤੋਂ ਸਾਧ ਸੰਗਤ ਜੀ ਉਹੀ ਤਰਦਾ ਹੈ, ਚਾਹੇ ਕਿਤੇ ਵੀ ਪੈਦਾ ਹੋਇਆ ਹੋਵੇ, ਜੋ ਸੱਚ ਦੇ ਮਾਰਗ ਤੇ ਚੱਲਦਾ ਹੈ, ਜੋ ਆਪਣੇ ਗੁਰੂ ਦੇ ਦਿਖਾਏ ਮਾਰਗ ਤੇ ਚੱਲਦਾ ਆ, ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਨੂੰ ਛੱਡ ਕੇ ਆਪਣੇ ਅੰਦਰ ਬੈਠੇ ਪ੍ਰਮਾਤਮਾ ਦੇ ਨਾਲ ਜੁੜ ਜਾਂਦਾ ਹੈ। ਕਹਿ ਰਵਿਦਾਸ ਹਾਥ ਪੈਨੇ ਰਹਿ ਸਹਿਜੈ ਹੋਏ ਸੋਏ, ਤੇਰਾ ਘਟ ਮੈਂ ਸਿਰਜਣਹਾਰ, ਕਸਤੂਰੀ ਮਿਰਗ ਪਾਸ ਹੈ ਰਹਿ ਢੂੰਡਤ ਕਾਸ ਫਿਰੈ। ਕਿ ਭਾਈ ਹਿਰਨ ਬਣ ਕੇ ਅਸੀਂ ਆਪਣਾ ਜੀਵਨ ਖਰਾਬ ਨਾ ਜੇ ਕਰੀਏ। ਜਿਵੇਂ ਸਤਿਗੁਰੂ ਜੀ ਸਮਝਾਉਂਦੇ ਨੇ, ਭਾਈ ਹਿਰਨ ਦੀ ਨਾਭੀ ਦੇ ਵਿੱਚੋਂ ਕਸਤੂਰੀ ਦੀ ਖੁਸ਼ਬੂ ਆਉਂਦੀ ਹੈ। ਸਾਧ ਸੰਗਤ ਜੀ ਉਸ ਖੁਸ਼ਬੂ ਨੂੰ ਪ੍ਰਾਪਤ ਕਰਨ ਵਾਸਤੇ ਕਦੇ ਇਸ ਪਾਸੇ ਵੱਲ ਦੌੜਦਾ ਆ, ਕਦੇ ਦੂਸਰੇ ਪਾਸੇ ਵੱਲ ਦੌੜਦਾ ਆ, ਪਰ ਉਸ ਹਿਰਨ ਨੂੰ ਨਹੀਂ ਜੇ ਪਤਾ ਹੁੰਦਾ ਕਿ ਉਹ ਸਾਰੀ ਦੁਨੀਆ ਦਾ ਮਾਲਕ ਉਸ ਦੇ ਅੰਦਰ ਬੈਠਾ ਹੈ। ਹਿਰਨ ਨੂੰ ਨਹੀਂ ਜੇ ਪਤਾ ਹੁੰਦਾ ਕਿ ਉਹ ਇੱਕ ਕਸਤੂਰੀ ਦੀ ਖੁਸ਼ਬੂ ਉਸ ਦੇ ਅੰਦਰੋਂ ਆ ਰਹੀ ਹੈ। ਸਤਿਗੁਰੂ ਜੀ ਫਰਮਾਉਂਦੇ, ਭਾਈ ਇਹੀ ਹਾਲਤ ਇਨਸਾਨ ਦੀ ਹੈ। ਉਹ ਸਾਰੀ ਦੁਨੀਆ ਦਾ ਮਾਲਕ ਇਸ ਦੇ ਅੰਦਰ ਬੈਠਾ ਆ, ਤੇ ਪ੍ਰਮਾਤਮਾ ਨੂੰ ਜੰਗਲਾਂ ਪਹਾੜਾਂ ਦੇ ਵਿੱਚ, ਧਾਰਮਿਕ ਸਥਾਨਾਂ ਦੇ ਵਿੱਚ ਲੱਭਦਾ ਫਿਰਦਾ ਆ। ਆਓ ਸਾਧ ਸੰਗਤ ਜੀ ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਤੋਂ ਬਚੀਏ। ਜੋ ਸਾਡੇ ਅੰਦਰ ਪਰਮ ਪਿਤਾ ਪ੍ਰਮਾਤਮਾ ਬੈਠਾ ਆ, ਉਸ ਦੀ ਖੋਜ ਕਰੀਏ। ਤੇ ਖੋਜ ਕਰਨੀ ਕਿਵੇਂ ਹੈ? ਸਤਿਗੁਰੂ ਜੀ ਫਰਮਾਉਂਦੇ ਨੇ, ਜੀਵਾ ਸੋ ਓੰਕਾਰ ਜਪ, ਹੱਥਨ ਸੋ ਕਰਕਾਰ, ਰਾਮ ਮਿਲੇ ਘਰ ਆਏ ਕਰ, ਕਹਿ ਰਵਿਦਾਸ ਵਿਚਾਰ। ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ, ਭਾਈ ਹੱਥਾਂ ਨਾਲ ਕਿਰਤ ਕਰੋ, ਇਮਾਨਦਾਰੀ ਦੀ ਰੋਟੀ ਕਮਾਓ। ਤੇ ਰੋਟੀ ਕਮਾਉਂਦੇ ਕਮਾਉਂਦੇ ਸਾਧ ਸੰਗਤ ਜੀ ਜੀਵਾਂ ਦੇ ਨਾਲ ਉਸ ਪਰਮ ਪਿਤਾ ਪ੍ਰਮਾਤਮਾ ਦਾ ਸਿਮਰਨ ਕਰਦੇ ਰਹੋ। ਬਸ ਐਸੇ ਤਰ੍ਹਾਂ ਖੇਡ ਬਣਦੀ ਹੈ। ਇਹ ਸਾਨੂੰ ਕੋਈ ਕੰਮ ਛੱਡ ਕੇ ਸਮਾਧੀਆਂ ਲਾਉਣ ਦੀ ਲੋੜ ਨਹੀਂ ਹੈ। ਸਤਿਗੁਰੂ ਜੀ ਫਰਮਾਉਂਦੇ, ਭਾਈ ਅੰਮ੍ਰਿਤ ਵੇਲਾ ਹੈ, ਅੰਮ੍ਰਿਤ ਵੇਲੇ ਉੱਠੋ, ਉਸ ਪ੍ਰਮਾਤਮਾ ਦੀ ਭਜਨ ਬੰਦਗੀ ਕਰੋ, ਅੰਮ੍ਰਿਤ ਬਾਣੀ ਦੇ ਜਾਪ ਕਰੋ, ਜੋ ਗੁਰੂਆਂ ਤੋਂ ਗੁਰਮੰਤਰ ਲਿਆ ਆ ਉਸ ਦੀ ਕਮਾਈ ਕਰੋ। ਤੇ ਦਿਨੇ ਆਪਣੇ ਕਾਰ ਵਿਹਾਰ ਕਰੋ, ਆਪਣੀ ਜ਼ਿੰਮੇਵਾਰੀਆਂ ਨਿਭਾਈਏ, ਰਿਸ਼ਤੇਦਾਰੀਆਂ ਨਿਭਾਈਏ, ਇਮਾਨਦਾਰੀ ਦੀ ਰੋਟੀ ਕਮਾਈਏ, ਬੱਚਿਆਂ ਨੂੰ ਵਧੀਆ ਪੜ੍ਹਾ ਲਿਖਾ ਕੇ ਕਾਮਯਾਬ ਕਰੀਏ। ਤੇ ਕੰਮਕਾਰ ਕਰਦੇ ਕਰਦੇ ਅਸੀਂ ਉਸ ਪਰਮ ਪਿਤਾ ਪ੍ਰਮਾਤਮਾ ਦਾ ਸਿਮਰਨ ਕਰਦੇ ਰਹੀਏ, ਤੇ ਉਹ ਸਾਰੀ ਦੁਨੀਆ ਦਾ ਮਾਲਕ ਸਾਨੂੰ ਆਪਣੇ ਅੰਦਰੋਂ ਹੀ ਮਿਲ ਜਾਵੇਗਾ। ਇਹੀ ਰਸਤਾ ਸਾਨੂੰ ਸਤਿਗੁਰੂ ਜੀ ਦਿਖਾ ਰਹੇ ਨੇ। ਤਾਂ ਸਾਡਾ ਵੀ ਫਰਜ਼ ਬਣਦਾ ਹੈ ਸਾਧ ਸੰਗਤ ਜੀ ਕਿ ਗੁਰੂਆਂ ਨੂੰ ਗੁਰੂ ਕਹਿਣ ਤੱਕ ਸੀਮਿਤ ਨਾ ਜੇ ਰੱਖੀਏ। ਗੁਰੂ ਕਹਿਣ ਦਾ ਉਦੋਂ ਹੀ ਫਾਇਦਾ ਹੁੰਦਾ ਹੈ ਸਾਧ ਸੰਗਤ ਜੀ, ਜਦੋਂ ਅਸੀਂ ਗੁਰੂ ਦੀ ਗੱਲ ਨੂੰ ਵੀ ਮੰਨੀਏ, ਵਹਿਮਾਂ ਭਰਮਾਂ ਡੰਬਰਾਂ ਪਖੰਡਾਂ ਨੂੰ ਛੱਡੀਏ, ਆਪਣੇ ਅੰਦਰੋਂ ਸੱਚ ਦੀ ਖੋਜ ਕਰੀਏ। ਕਿਉਂਕਿ ਜਿੰਨੇ ਵੀ ਸਾਧ ਸੰਗਤ ਜੀ ਸਾਡੇ ਮਹਾਪੁਰਸ਼ ਹੋਏ ਨੇ, ਸਭਨਾਂ ਨੇ ਸਾਨੂੰ ਸੱਚ ਦਾ ਹੀ ਹੋਕਾ ਦਿੱਤਾ ਹੈ। ਜਿਵੇਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ, ਉਹਨਾਂ ਦਾ ਪਹਿਲਾ ਉਪਦੇਸ਼ ਹੀ ਪੜੋ। ਤੇ ਸਾਧ ਸੰਗਤ ਜੀ ਸਤਿਗੁਰੂ ਜੀ ਵੀ ਇਹੀ ਫਰਮਾਉਂਦੇ ਨੇ, ਮਾਧੋ ਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ, ਸਤ ਵਿਦਿਆ ਕੋ ਪੜੈ ਪ੍ਰਾਪਤ ਕਰੈ ਸਦਾ ਗਿਆਨ, ਰਵਿਦਾਸ ਕਹੈ ਬਿਨ ਵਿਦਿਆ ਨਰਕੋ ਜਾਨ ਅਜਾਨ। ਕਿ ਭਾਈ ਸਿੱਖਿਆ ਤੋਂ ਬਗੈਰ ਅਸੀਂ ਕੁਝ ਵੀ ਨਹੀਂ ਹਾਂ। ਭਾਈ ਆਪਣੇ ਬੱਚਿਆਂ ਨੂੰ ਖੂਬ ਪੜਾਓ। ਸਕੂਲਾਂ ਕਾਲਜਾਂ ਦੀ ਪੜ੍ਹਾਈ ਬਹੁਤ ਜ਼ਰੂਰੀ ਹੈ, ਤਾਂ ਜੋ ਬੱਚਾ ਸੰਸਾਰ ਦੇ ਵਿੱਚ ਤਰੱਕੀਆਂ ਮਾਣੇ, ਵੱਡੇ ਵੱਡੇ ਅਹੁਦਿਆਂ ਤੇ ਜਾਵੇ, ਸੰਸਾਰ ਦੀ ਸਮਝ ਆਵੇ। ਤੇ ਅਧਿਆਤਮਿਕ ਸਿੱਖਿਆ ਵੀ ਜ਼ਰੂਰੀ ਹੈ, ਧਰਮ ਦੀ ਸਿੱਖਿਆ, ਤਾਂ ਜੋ ਬੱਚੇ ਨੂੰ ਇਹ ਪਤਾ ਲੱਗ ਸਕੇ ਕਿ ਵਹਿਮ ਭਰਮ ਅਡੰਬਰ ਪਖੰਡ ਕੀ ਹੁੰਦੇ ਨੇ, ਸੱਚ ਕੀ ਹੁੰਦਾ ਹੈ, ਪ੍ਰਮਾਤਮਾ ਕਿੱਥੇ ਹੈ। ਕਿਉਂਕਿ ਦੇਖਿਆ ਨਾ ਸਾਧ ਸੰਗਤ ਜੀ, ਬਹੁਤ ਸਾਰੇ ਪੜ੍ਹੇ ਲਿਖੇ ਲੋਕ ਵੀ ਅਡੰਬਰਾਂ ਪਖੰਡਾਂ ਦੇ ਵਿੱਚ ਫਸੇ ਹੋਏ ਨੇ। ਇਸ ਲਈ ਸਤਿਗੁਰੂ ਜੀ ਫਰਮਾਉਂਦੇ, ਭਾਈ ਅਧਿਆਤਮਿਕ ਸਿੱਖਿਆ ਵੀ ਜ਼ਰੂਰੀ ਹੈ, ਤੇ ਸਕੂਲਾਂ ਕਾਲਜਾਂ ਦੀ ਪੜ੍ਹਾਈ ਵੀ ਜ਼ਰੂਰੀ ਹੈ। ਜੁੜੋ, ਬਾਬਾ ਸਾਹਿਬ ਦਾ ਦੂਸਰਾ ਉਪਦੇਸ਼ ਜੁੜੋ। ਸਤਿਗੁਰੂ ਜੀ ਫਰਮਾਉਂਦੇ ਨੇ, ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੂਮੱਖੀ ਰਾ। ਕਿ ਭਾਈ ਅਸੀਂ ਆਪਸ ਦੇ ਵਿੱਚ ਸੱਚ ਦੇ ਨਾਲ ਇਸ ਤਰ੍ਹਾਂ ਜੁੜ ਕੇ ਰਹਿਣਾ ਆ, ਜਿਵੇਂ ਮਧੂਮੱਖੀਆਂ ਆਪਸ ਦੇ ਵਿੱਚ ਜੁੜ ਕੇ ਰਹਿੰਦੀਆਂ ਨੇ। ਪਰ ਜੁੜਨਾ ਸਾਧ ਸੰਗਤ ਜੀ ਅਸੀਂ ਸੱਚ ਨਾਲ ਹੈ, ਝੂਠ ਨਾਲ, ਨਸ਼ੇ ਨਾਲ, ਅਡੰਬਰਾਂ ਪਖੰਡਾਂ ਨਾਲ ਨਹੀਂ ਜੇ ਜੁੜਨਾ, ਅਸੀਂ ਸੱਚ ਦੇ ਨਾਲ ਜੁੜਨਾ ਹੈ। ਤੀਸਰਾ ਜੋ ਉਪਦੇਸ਼ ਸੀ ਬਾਬਾ ਸਾਹਿਬ
ਡਾਕਟਰ ਭੀਮਰਾਓ ਅੰਬੇਦਕਰ ਜੀ ਦਾ। ਸੰਘਰਸ਼ ਕਰੋ, ਸਤਿਗੁਰੂ ਜੀ ਫਰਮਾਉਂਦੇ ਨੇ, ਪਰਾਧੀਨਤਾ ਪਾਪ ਹੈ, ਜਾਣ ਲਿਓ ਰਮੀਤ। ਰਵਿਦਾਸ ਦਾਸ ਪਰਾਧੀਨ ਸੋ ਕੌਣ ਕਰੈ ਪ੍ਰੀਤ। ਕਿ ਭਾਈ ਗੁਲਾਮਾਂ ਨਾਲ ਕੋਈ ਪਿਆਰ ਨਹੀਂ ਜੇ ਕਰਦਾ। ਤੇ ਸਾਧ ਸੰਗਤ ਜੀ, ਰਾਜਨੀਤਿਕ, ਸਮਾਜਿਕ, ਧਾਰਮਿਕ, ਆਰਥਿਕ ਹਰ ਪ੍ਰਕਾਰ ਦੀ ਗੁਲਾਮੀ ਮਾੜੀ ਹੈ, ਮਾਨਸਿਕ ਗੁਲਾਮੀ ਵੀ। ਤੇ ਹਰ ਪ੍ਰਕਾਰ ਦੀ ਗੁਲਾਮੀ ਤੋਂ ਬਾਹਰ ਆਉਣ ਵਾਸਤੇ ਅਸੀਂ ਸੰਘਰਸ਼ ਕਰਨਾ ਆ। ਤੇ ਜਦੋਂ ਸੰਘਰਸ਼ ਕਾਮਯਾਬ ਹੋ ਗਿਆ, ਫਿਰ ਅਸੀਂ ਸਭ ਦਾ ਹੀ ਭਲਾ ਮੰਗਣਾ ਹੈ। ਸਾਧ ਸੰਗਤ ਜੀ, ਐਸਾ ਚਾਹੂੰ ਰਾਜ ਮੈਂ ਜਹਾਂ ਮਿਲੈ ਸਬਨ ਕੋ ਅੰਨ, ਛੋਟ ਬੜੇ ਸਭ ਸੰਬਸੇ, ਰਵਿਦਾਸ ਰਹਿ ਪ੍ਰਸੰਨ। ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਪਾਈ ਨੀਤ। ਕਿ ਭਾਈ ਸਭ ਦਾ ਭਲਾ ਮੰਗਿਆ ਕਰ। ਸਾਧ ਸੰਗਤ ਜੀ, ਜੋ ਸਭ ਦਾ ਭਲਾ ਮੰਗਦਾ ਆ, ਸਤਿਗੁਰੂ ਜੀ ਫਰਮਾਉਂਦੇ, ਭਾਈ ਪਰਮ ਪਿਤਾ ਪ੍ਰਮਾਤਮਾ ਸਭ ਤੋਂ ਪਹਿਲਾਂ ਉਸੇ ਦਾ ਹੀ ਭਲਾ ਕਰਦਾ ਹੈ। ਸੋ ਸਾਧ ਸੰਗਤ ਜੀ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨਾ। ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਤੋਂ ਬਚੀਏ, ਆਪਣੇ ਬੱਚਿਆਂ ਨੂੰ ਖੂਬ ਪੜ੍ਹਾਈਏ। ਸਕੂਲਾਂ ਕਾਲਜਾਂ ਦੀ ਪੜ੍ਹਾਈ ਦੇ ਨਾਲ ਨਾਲ ਅਸੀਂ ਅਧਿਆਤਮਿਕ ਸਿੱਖਿਆ ਵੀ ਦਈਏ, ਤਾਂ ਜੋ ਉਸ ਨੂੰ ਸੱਚ ਤੇ ਝੂਠ ਦਾ ਪਤਾ ਲੱਗ ਸਕੇ। ਸੋ ਅੱਜ ਦੀਆਂ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨਾ। ਪਰਮ ਪਿਤਾ ਪ੍ਰਮਾਤਮਾ ਦੀ ਖੋਜ ਆਪਣੇ ਅੰਦਰੋਂ ਕਰੀਏ। ਸਾਧ ਸੰਗਤ ਜੀ, ਸਭ ਦਾ ਭਲਾ ਮੰਗੀਏ। ਹਰ ਸੋ ਹੀਰਾ ਛਾੜ ਕੇ ਕਰੈ ਆਨ ਕੀ ਆਸ, ਤੇ ਨਰ ਦੋਜਕ ਜਾਹੀਂਗੇ ਸਤ ਪਾਖੈ ਰਵਿਦਾਸ। ਤੇ ਨਰ ਦੋਜਕ ਜਾਹੀਂਗੇ ਸਤ ਪਾਖੈ ਰਵਿਦਾਸ। ਜਪੋ ਜੀ ਸਤਨਾਮ 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 ਸੋਹੰ ਸਤਨਾਮ। ਜੋ ਬੋਲੇ ਸੋ ਨਿਰਭੈ। ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਕੀ ਜੈ। ਜੈ ਗੁਰਦੇਵ ਧੰਨ ਗੁਰਦੇਵ। ਸਤਨਾਮ ਸਤਨਾਮ ਸੋਹੰ ਸਤਨਾਮ।